ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਪੂਨਮਜੋਤ ਕੌਰ, ਤੁਹਾਡੀ ਆਪਣੀ ਮੈਡਮ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾਰਾਪੁਰ, ਬਲਾਕ ਕੰਨ11, ਜ਼ਿਲ੍ਹਾ ਗੁਰਦਾਸਪੁਰ ਤੋਂ। ਜੀ ਆਇਆਂ ਨੂੰ ਪੰਜਾਬ ਅਚੀਵਮੈਂਟ ਸਰਵੇ 2020 ਅਭਿਆਸ ਸ਼ੀਟ 46 ਵਿਸ਼ਾ ਪੰਜਾਬੀ ਵਿੱਚ। ਸੋ ਰੋਜ਼ ਦੀ ਤਰ੍ਹਾਂ ਬੱਚਿਓ, ਅਸੀਂ ਸਭ ਤੋਂ ਪਹਿਲਾਂ ਦਿੱਤਾ ਗਿਆ ਪੈਰਾ ਪੜ੍ਹਾਂਗੇ। ਉਸ ਪੈਰੇ ਨੂੰ ਸਿਰਫ ਪੜ੍ਹਾਂਗੇ ਹੀ ਨਹੀਂ, ਉਸ ਦੀ ਇਕੱਲੇ ਸ਼ਬਦ ਨੂੰ ਸਮਝਾਂਗੇ ਅਤੇ ਫਿਰ ਉਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਪੈਰਾ। ਅੱਜ ਜਦੋਂ ਸਤਰੰਗੀ ਤਿਤਲੀ ਬਾਗ ਵਿੱਚ ਪਹੁੰਚੀ ਤਾਂ ਫੁੱਲਾਂ ਵਿੱਚ ਆਪੋ ਆਪਣੀ ਸੁੰਦਰਤਾ ਨੂੰ ਲੈ ਕੇ ਹੋ ਰਹੀ ਬਹਿਸ ਨੂੰ ਵੇਖ ਕੇ ਦੰਗ ਰਹਿ ਗਈ ਭਾਵ ਹੈਰਾਨ ਰਹਿ ਗਈ। ਸਭ ਤੋਂ ਪਹਿਲਾਂ ਕਮਲ ਦਾ ਫੁੱਲ ਬੋਲਿਆ, ਮੈਂ ਰਾਸ਼ਟਰੀ ਫੁੱਲ ਹਾਂ, ਮੈਂ ਹੀ ਸਭ ਤੋਂ ਸੋਹਣਾ ਹਾਂ। ਗੁਲਾਬ ਦਾ ਫੁੱਲ ਆਪਣੇ ਵੱਖ-ਵੱਖ ਰੰਗਾਂ ਨੂੰ ਲੈ ਕੇ ਬਹੁਤ ਮਾਣ ਕਰ ਰਿਹਾ ਸੀ। ਫਿਰ ਗੇਂਦੇ ਦਾ ਫੁੱਲ ਬੋਲਿਆ, ਵੱਡੇ ਸਮਾਗਮਾਂ ਵਿੱਚ ਉਸ ਦੀ ਹੀ ਪੁੱਛ-ਗਿੱਛ ਹੁੰਦੀ ਹੈ। ਤਿਤਲੀ ਨੇ ਉਹਨਾਂ ਸਾਰਿਆਂ ਨੂੰ ਸਮਝਾਉਂਦਿਆਂ ਕਿਹਾ ਕਿ ਤੁਸੀਂ ਸਾਰੇ ਹੀ ਸੋਹਣੇ ਹੋ, ਪਰ ਸਾਨੂੰ ਕਦੀ ਵੀ ਆਪਣੇ ਸੁਹੱਪਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਸ ਵਿੱਚ ਪਿਆਰ ਨਾਲ ਰਹਿੰਦੇ ਹੋਏ ਸੁੰਦਰਤਾ ਵਖੇਰਨੀ ਚਾਹੀਦੀ ਹੈ। ਸੋ ਮੇਰੇ ਸੋਹਣੇ ਬੱਚਿਓ, ਇਹ ਸੀ ਸਾਡਾ ਅੱਜ ਦਾ ਦਿੱਤਾ ਹੋਇਆ ਪੈਰਾ ਅਤੇ ਹੁਣ ਇਸ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਵੱਲ ਚੱਲਦੇ ਹਾਂ। ਪਹਿਲਾ ਪ੍ਰਸ਼ਨ ਹੈ, ਸਾਡਾ ਰਾਸ਼ਟਰੀ ਫੁੱਲ ਕਿਹੜਾ ਹੈ? ਵਿਕਲਪ 1 ਗੁਲਾਬ ਦਾ ਫੁੱਲ, 2 ਕਮਲ ਦਾ ਫੁੱਲ, 3 ਗੇਂਦੇ ਦਾ ਫੁੱਲ, 4 ਚਮੇਲੀ ਦਾ ਫੁੱਲ। ਪਿਆਰਿਓ ਬੱਚਿਓ, ਦੂਸਰਾ ਵਿਕਲਪ ਸਹੀ ਹੈ, ਕਮਲ ਦਾ ਫੁੱਲ। ਪ੍ਰਸ਼ਨ 2, ਦੰਗ ਰਹਿ ਜਾਣਾ ਦਾ ਕੀ ਅਰਥ ਹੈ? ਜਿਵੇਂ ਕਿ ਮੈਂ ਤੁਹਾਨੂੰ ਪੈਰਾ ਪੜ੍ਹਦਿਆਂ ਪੈਰੇ ਦੇ ਵਿੱਚ ਨਾਲ ਸਮਝਾਇਆ ਸੀ ਕਿ ਦੰਗ ਰਹਿ ਜਾਣਾ ਦਾ ਕੀ ਅਰਥ ਹੈ। ਚਲੋ ਫਿਰ ਦੇਖਦੇ ਹਾਂ। ਇੱਕ ਵਿਕਲਪ ਲੜਾਈ ਦੇਖਣਾ, ਦੂਸਰਾ ਵਿਕਲਪ ਖੁਸ਼ ਹੋਣਾ, ਤੀਸਰਾ ਹੈਰਾਨ ਰਹਿ ਜਾਣਾ, ਚੌਥਾ ਦੁਖੀ ਹੋਣਾ। ਪਿਆਰੇ ਬੱਚਿਓ, ਦੰਗ ਰਹਿ ਜਾਣ ਦਾ ਅਰਥ ਹੁੰਦਾ ਹੈ ਹੈਰਾਨ ਰਹਿ ਜਾਣਾ। ਪ੍ਰਸ਼ਨ ਨੰਬਰ 3, ਸਾਨੂੰ ਕਦੇ ਵੀ ਆਪਣੇ ਖਾਲੀ ਥਾਂ ਦਾ ਮਾਣ ਨਹੀਂ ਕਰਨਾ ਚਾਹੀਦਾ। ਜੇ ਪੈਰਾ ਤੁਸੀਂ ਧਿਆਨ ਨਾਲ ਪੜ੍ਹਿਆ ਹੋਵੇ ਤਾਂ ਉੱਥੇ ਇਹ ਸ਼ਬਦ ਲਿਖਿਆ ਸੀ। ਸੋ ਆਓ ਦੇਖਦੇ ਹਾਂ। ਪਹਿਲਾ ਵਿਕਲਪ ਹੈ ਸੁਹੱਪਣ, ਦੂਸਰਾ ਸੁਭਾਅ, ਤੀਸਰਾ ਰੰਗ, ਚੌਥਾ ਪੈਸੇ। ਸੋ ਪਿਆਰੇ ਬੱਚਿਓ, ਪੈਰੇ ਦੇ ਹਿਸਾਬ ਨਾਲ ਸਾਨੂੰ ਕਦੇ ਵੀ ਆਪਣੇ ਸੁਹੱਪਣ ਦਾ ਮਾਣ ਨਹੀਂ ਕਰਨਾ ਚਾਹੀਦਾ। ਪਹਿਲਾ ਵਿਕਲਪ ਸਹੀ ਹੈ। ਪ੍ਰਸ਼ਨ 4, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸਾਨੂੰ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ, ਸਾਨੂੰ ਆਪਣੀ ਸੁੰਦਰਤਾ ਦਾ ਮਾਣ ਨਹੀਂ ਕਰਨਾ ਚਾਹੀਦਾ। ਤੀਸਰਾ ਉਪਰੋਕਤ ਦੋਵੇਂ, ਚੌਥਾ ਕੋਈ ਨਹੀਂ। ਸੋ ਪਿਆਰੇ ਬੱਚਿਓ, ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ, ਸਾਨੂੰ ਆਪਣੀ ਸੁੰਦਰਤਾ ਦਾ ਮਾਣ ਨਹੀਂ ਕਰਨਾ ਚਾਹੀਦਾ। ਦੂਸਰਾ ਵਿਕਲਪ ਸਹੀ ਹੈ, ਸਾਨੂੰ ਆਪਣੀ ਸੁੰਦਰਤਾ ਦਾ ਮਾਣ ਨਹੀਂ ਕਰਨਾ ਚਾਹੀਦਾ। ਪ੍ਰਸ਼ਨ 5ਵਾਂ, ਜਿਵੇਂ ਦਿਨ ਦਾ ਰਾਤ ਹੈ ਉਸ ਪ੍ਰਕਾਰ ਸੁੰਦਰ ਦਾ ਕੀ ਹੋਵੇਗਾ? ਪ੍ਰਸ਼ਨ 1 ਸੋਹਣਾ, 2 ਵਿਕਲਪ ਮੋਟਾ, 3 ਸਰੂਪ, 4 ਕਰੂਪ। ਬੱਚਿਓ, ਜਿਵੇਂ ਦਿਨ ਦਾ ਰਾਤ ਇਹ ਵਿਰੋਧੀ ਸ਼ਬਦ ਹੈ, ਇਸੇ ਤਰ੍ਹਾਂ ਸੁੰਦਰ ਦਾ ਵਿਰੋਧੀ ਸ਼ਬਦ ਦੱਸਣਾ ਹੈ। ਸੁੰਦਰ ਦਾ ਵਿਰੋਧੀ ਸ਼ਬਦ ਕਰੂਪ ਹੁੰਦਾ ਹੈ। ਸੋ ਚੌਥਾ ਵਿਕਲਪ ਸਹੀ ਹੈ। ਸੋ ਪਿਆਰੇ ਬੱਚਿਓ, ਇਹ ਸੀ ਸਾਡਾ ਅੱਜ ਦਾ ਦਿੱਤਾ ਹੋਇਆ ਪੈਰਾ ਅਤੇ ਉਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਕੁਝ ਸਮਝ ਆ ਗਿਆ ਹੋਵੇਗਾ। ਸੋ ਬਿਲਕੁਲ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਅਤੇ ਵਾਰ-ਵਾਰ ਆਪਣੇ ਹੱਥਾਂ ਨੂੰ ਧੋਵੋ ਅਤੇ ਆਪਣੇ ਘਰਾਂ ਦੇ ਅੰਦਰ ਰਹਿ ਕੇ ਪੜ੍ਹਾਈ ਕਰੋ। ਧੰਨਵਾਦ।